ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਰੋਜ਼ਾਨਾ ਅਸੀਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਵਿਰਾਜਮਾਨ ਹੋ ਕੇ ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਉਸ ਦੇ ਨਾਲ ਨਾਲ ਗੁਰੂ ਇਤਿਹਾਸ ਤੋਂ ਜਾਣੂ ਹੋਣ ਦਾ ਵੀ ਯਤਨ ਕਰਦੇ ਹਾਂ। ਪਿਛਲੇ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਅਧਿਆਏ 13ਵੇਂ ਦਾ ਪ੍ਰਸੰਗ ਜੋ ਆਰੰਭ ਕੀਤਾ ਸੀ, ਜਿਸ ਦੇ ਵਿੱਚ ਅਸੀਂ ਪਿਛਲੇ ਦੀਵਾਨਾਂ ਵਿੱਚ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਉਹਨਾਂ ਦੇ ਸਕੇ ਸੰਬੰਧੀ ਮਾਤਾ ਪਿਤਾ ਜਾਂ ਹੋਰ ਜਿੰਨੇ ਵੀ ਸੱਜਣ ਮਿੱਤਰ ਨੇ, ਨਗਰ ਦੇ ਲੋਕ ਇਹ ਅੰਦਾਜ਼ਾ ਲਗਾਉਂਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਿਸੇ ਪ੍ਰਕਾਰ ਦਾ ਰੋਗ ਲੱਗਾ ਹੋਇਆ ਹੈ ਤੇ ਇਸ ਰੋਗ ਦਾ ਇਲਾਜ ਕਰਨ ਦੇ ਵਾਸਤੇ ਸਾਰੇ ਲੋਕ ਰਲ ਮਿਲ ਕੇ ਮਹਿਤਾ ਕਾਲੂ ਜੀ ਦੇ ਕੋਲ ਜਾ ਕੇ ਫਰਿਆਦ ਕਰਦੇ ਨੇ ਵੀ ਆਪਣੇ ਪੁੱਤਰ ਦਾ ਚੰਗੇ ਤਰੀਕੇ ਦੇ ਨਾਲ ਇਲਾਜ ਕਰਵਾਓ। ਤੇ ਜਦੋਂ ਮਹਿਤਾ ਕਾਲੂ ਜੀ ਸਾਰੇ ਲੋਕਾਂ ਦੀ ਵਿਚਾਰ ਸੁਣਦੇ ਨੇ ਤਾਂ ਆਪਣੇ ਭਰਾ ਭਾਈ ਲਾਲੂ ਜੀ ਨੂੰ ਵੈਦ ਬੁਲਾਉਣ ਵਾਸਤੇ ਭੇਜਨੇ, ਜਿਸ ਵੈਦ ਦਾ ਨਾਮ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ
ਕਵੀ ਚੂੜਾਮਣੀ ਜੀ ਤਿਨਾਂ ਨੇ ਹਰੀਦਾਸ ਕਰਕੇ ਲਿਖਿਆ ਹੈ ਵੀ ਹਰੀਦਾਸ ਨਾਮ ਦੇ ਵੈਦ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਲਾਜ ਕਰਨ ਵਾਸਤੇ ਬੁਲਾਇਆ ਗਿਆ। ਜਦੋਂ ਵੈਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਕੇ ਬੈਠਦਾ ਹੈ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਨੂੰ ਹੱਥ ਲਗਾ ਕਰਕੇ ਦੇਖਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਬਜ਼ ਪੜ੍ਹ ਕੇ ਰੋਗ ਦੀ ਪਹਿਚਾਣ ਕਰਨ ਦਾ ਯਤਨ ਕਰਦਾ ਹੈ। ਤੇ ਫਿਰ ਕੁਝ ਕੁ ਰੋਗ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਦਾ ਵੀ ਤੁਹਾਨੂੰ ਇਹਨਾਂ ਰੋਗਾਂ ਦੇ ਵਿੱਚੋਂ ਤਾਂ ਨਹੀਂ ਕੋਈ ਰੋਗ ਲੱਗਾ, ਕਿਉਂਕਿ ਜੋ ਲੱਛਣ ਉਹਨੇ ਦੇਖੇ ਸਨ ਉਹਨਾਂ ਲੱਛਣਾਂ ਦੇ ਮੁਤਾਬਕ ਉਹਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਿਆ ਵੀ ਜੇਕਰ ਤੁਹਾਨੂੰ ਇਹ ਰੋਗ ਲੱਗੇ ਹੋਏ ਨੇ ਤਾਂ ਮੈਂ ਤੁਹਾਨੂੰ ਦਵਾਈ ਦੇ ਦੇਵਾਂਗਾ ਤੇ ਤੁਸੀਂ ਅਰੋਗ ਹੋ ਜਾਵੋਗੇ, ਤੁਹਾਡਾ ਸਰੀਰ ਜਿਹੜਾ ਹੈ ਤਾਕਤਵਰ ਹੋ ਜਾਵੇਗਾ ਤੇ ਤੁਸੀਂ ਰਿਸ਼ਟ ਪੁਸ਼ਟ ਹੋ ਜਾਵੋਗੇ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੈਦ ਨੂੰ ਪੁੱਛਦੇ ਨੇ ਵੀ ਭਾਈ ਦੱਸ, ਤੈਂ ਮੇਰਾ ਸਰੀਰ ਦੇਖਿਆ ਹੈ, ਮੇਰੀ ਨਬਜ਼ ਪੜੀ ਹੈ, ਤੈਨੂੰ ਕਿਹੜਾ ਰੋਗ ਲੱਭਿਆ? ਪਰ ਵੈਦ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵਚਨ ਵਿਲਾਸ ਕਰਦਾ ਹੈ ਤੇ ਵੈਦ ਦੇ ਵਚਨ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਹੁਣ ਬਾਣੀ ਉਚਾਰਨ ਕੀਤੀ ਹੈ ਉਸ ਵੈਦ ਨੂੰ ਉਪਦੇਸ਼ ਦੇਣ ਵਾਸਤੇ। ਆਓ ਦੇਖਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੈਦ ਨੂੰ ਕੀ ਉਪਦੇਸ਼ ਕਰਦੇ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਵੈਦ ਬੁਲਾਏ ਵੈਦਗੀ ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਇਹ ਸ਼ਲੋਕ ਰਾਗ ਮਲਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 1279 ਦੇ ਉੱਤੇ ਸੁਭਾਇਮਾਨ ਹੈ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੈਦ ਨੂੰ ਇਹ ਉਪਦੇਸ਼ ਕਰਦੇ ਨੇ, ਵੈਦ ਬੁਲਾਇਆ ਵੈਦਗੀ, ਤੇ ਕਹਿੰਦੇ ਵੈਦ ਨੂੰ ਘਰ ਦੇ ਵਿੱਚ ਬੁਲਾਇਆ ਗਿਆ ਰੋਗ ਦਾ ਇਲਾਜ ਕੀਤਾ ਜਾਵੇ। ਤੇ ਉਸ ਰੋਗ ਦਾ ਇਲਾਜ ਕਰਨ ਦੇ ਵਾਸਤੇ ਵੈਦ ਨੂੰ ਬੁਲਾਇਆ ਗਿਆ ਤੇ ਵੈਦ ਆ ਕੇ ਕੀ ਕਰਦਾ, ਪਕੜ ਢੰਡੋਲੇ ਬਾਂਹ, ਤੇ ਕਹਿੰਦੇ ਮੇਰੀ ਬਾਂਹ ਨੂੰ ਫੜ ਕੇ ਉਹ ਨਬਜ਼ ਵੇਖਦਾ ਹੈ, ਮੇਰੀ ਨਬਜ਼ ਟੋਲਦਾ ਹੈ ਵੀ ਕਿਤੇ ਨਬਜ਼ ਤੇਜ਼ ਤਾਂ ਨਹੀਂ ਹੈ ਜਾਂ ਨਬਜ਼ ਦੇ ਨਾਲ ਮੈਂ ਰੋਗ ਦਾ ਅੰਦਾਜ਼ਾ ਲਗਾ ਸਕਾਂ। ਵੈਦ ਨੂੰ ਬੁਲਾਇਆ ਜਾਂਦਾ, ਵੈਦ ਆ ਕੇ ਘਰ ਦੇ ਵਿੱਚ ਇਲਾਜ ਕਰਨ ਦੇ ਵਾਸਤੇ ਉਹ ਯਤਨ ਕਰ ਰਿਹਾ ਤੇ ਪਾਤਸ਼ਾਹ ਜੀ ਆਖਦੇ ਨੇ ਕਿ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਏ। ਤੇ ਕਹਿੰਦੇ ਉਹ ਨਾਦਾਨ ਹੈ ਵੈਦ ਨੂੰ ਇਸ ਰੋਗ ਬਾਬਤ ਪਤਾ ਹੀ ਨਹੀਂ, ਉਹ ਵੈਦ ਹੀ ਨਹੀਂ ਹੈ ਚੰਗੇ ਤਰੀਕੇ ਦਾ। ਕਿਉਂ? ਕਿਉਂਕਿ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਨਹੀਂ ਜਾਣਦਾ, ਕਹਿੰਦੇ ਵੀ ਇਹ ਜਿਹੜੀ ਪੀੜ ਹੈ ਨਾ ਮੇਰੇ ਕਲੇਜੇ ਦੀ ਪੀੜ ਹੈ, ਰੋਗ ਮੇਰੇ ਮਨ ਨੂੰ ਲੱਗਾ ਹੈ, ਮੇਰਾ ਦੁਖੀ ਮਨ ਹੈ ਤੇ ਇਹ ਇਲਾਜ ਤਨ ਦਾ ਕਰਨ ਦੇ ਵਾਸਤੇ ਲੱਗਾ ਹੋਇਆ। ਹੁਣ ਕਈ ਵਾਰੀ ਅਸੀਂ ਆਮ ਜੀਵਨ ਦੇ ਵਿੱਚ ਵੀ ਦੇਖਦੇ ਹਾਂ ਨਾ, ਸਾਡਾ ਸਰੀਰ ਤੰਦਰੁਸਤ ਹੁੰਦਾ ਹੈ ਪਰ ਕਿਸੇ ਚੀਜ਼ ਦੇ ਲਈ ਮਨ ਰਾਜੀ ਨਹੀਂ ਹੁੰਦਾ। ਸਰੀਰ ਕਰਕੇ ਅਸੀਂ ਰਿਸ਼ਟ ਪੁਸ਼ਟ ਹਾਂ, ਸਰੀਰ ਕਰਕੇ ਅਸੀਂ ਤੰਦਰੁਸਤ ਹਾਂ, ਪਰ ਸਾਡਾ ਮਨ ਕਾਹਲਾ ਪੈ ਰਿਹਾ ਹੁੰਦਾ। ਕਿਉਂ? ਕਿਉਂਕਿ ਮਨ ਦੇ ਵਿੱਚ ਟਿਕਾ ਨਹੀਂ, ਮਨ ਨੂੰ ਰੋਗ ਲੱਗਾ ਹੋਇਆ। ਕਿਹੜਾ? ਕਿ ਉਸ ਦਾ ਸੁਭਾਅ ਬਣ ਗਿਆ ਵੀ ਉਹ ਕਾਹਲੇਪਨ ਦੇ ਵੱਲ ਭੱਜਾ ਜਾ ਰਿਹਾ। ਤੇ ਫਿਰ ਇਸੇ ਬਾਬਤ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੈਦ ਨੂੰ ਸਮਝਾਉਣਾ ਕਰਦੇ ਨੇ ਵੀ ਤੂੰ ਚੰਗਾ ਵੈਦ ਨਹੀਂ, ਜੇਕਰ ਤੂੰ ਚੰਗਾ ਵੈਦ ਹੈ ਤਾਂ ਤਨ ਦੇ ਨਾਲ ਨਾਲ ਮੇਰੇ ਮਨ ਦਾ ਇਲਾਜ ਕਰ। ਜਿਹੜਾ ਮਨ ਦਾ ਇਲਾਜ ਕਰੇਗਾ ਨਾ, ਸੰਸਾਰ ਦੇ ਵਿੱਚ ਅਸਲ ਉਹੀ ਵੈਦ ਮੰਨਿਆ ਜਾਂਦਾ। ਇਹ ਪਾਤਸ਼ਾਹ ਜੀ ਨੇ ਉਸ ਵੈਦ ਹਰੀਦਾਸ ਦੇ ਬਾਬਤ ਇਹ ਸ਼ਲੋਕ ਉਚਾਰਨ ਕੀਤਾ ਸੀ, ਜਿਹੜਾ ਰਾਗ ਮਲਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਦਰਜ ਕੀਤਾ ਹੈ। ਚੌਪਈ ਲਗਿਓ ਆਦ ਕੋ ਮੈਂ ਰੋਗੂ, ਜੇਤੇ ਮਹਾ ਦੁਖੀ ਸਭ ਲੋਗੂ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਸਾਰੇ ਵੈਦ ਦੇ ਬਾਬਤ ਸਮਝ ਲਿਆ ਵੀ ਹੁਣ ਵੈਦ ਇਕੱਲਾ ਨਬਜ਼ ਟੋਹ ਕੇ ਕੁਝ ਕੁ ਰੋਗ ਪੁੱਛ ਰਿਹਾ ਤੇ ਉਸ ਦੇ ਮੁਤਾਬਕ ਮੈਨੂੰ ਦਵਾਈ ਦੇਣ ਲਈ
ਦਵਾ ਦਾਰੂ ਦੇਣ ਲਈ ਰਾਜੀ ਵੀ ਹੋ ਗਿਆ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਇਹ ਸ਼ਲੋਕ ਉਚਾਰਨ ਕੀਤਾ ਤੇ ਪਾਤਸ਼ਾਹ ਜੀ ਹੁਣ ਬਚਨ ਉਚਾਰਨ ਕਰਦੇ ਨੇ, ਕਹਿੰਦੇ ਲੱਗਿਓ ਆਦਿ ਕੋ ਹੋਮੈ ਰੋਗ। ਕਹਿੰਦੇ ਆਰੰਭ ਤੋਂ ਹੀ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਨਾ, ਮੁੱਢ ਤੋਂ ਹੀ ਕਹਿੰਦੇ ਮਨੁੱਖ ਨੂੰ ਹਉਮੈ ਦਾ ਰੋਗ ਲੱਗਾ। ਹੁਣ ਹਉਮੈ ਦਾ ਰੋਗ ਸਾਡੇ ਮਨ ਨੂੰ ਲੱਗਾ ਹੁੰਦਾ, ਤੇ ਜਦੋਂ ਮਨ ਨੂੰ ਹਉਮੈ ਦਾ ਰੋਗ ਲੱਗ ਗਿਆ, ਉਸ ਮਨ ਦੇ ਸੰਕੇਤ ਦੇ ਅਨੁਸਾਰ ਹਉਮੈ ਦੀ ਪੂਰਤੀ ਦੇ ਲਈ ਮਨੁੱਖ ਤਨ ਕਰਕੇ ਕਾਰਜ ਕਰਦਾ ਹੈ। ਤੇ ਇਸ ਕਰਕੇ ਉਸ ਹਉਮੈ ਦੇ ਰੋਗ ਨੂੰ ਜਿਹੜਾ ਮਨ ਨੂੰ ਲੱਗਾ, ਉਸ ਨੂੰ ਸਰੀਰਕ ਜਾਮਾ ਪਹਿਨਾਉਣ ਦੇ ਲਈ ਮਨੁੱਖ ਸਰੀਰਕ ਤੌਰ ਦੇ ਉੱਤੇ ਕੋਈ ਨਾ ਕੋਈ ਕਾਰਜ ਕਰਦਾ ਹੈ, ਤਾਂ ਜੋ ਉਹ ਹਉਮੈ ਦਾ ਨਿਪਟਾਰਾ ਹੋ ਸਕੇ। ਮਨ ਦੇ ਵਿੱਚ ਜਿਹੜੀ ਹਉਮੈ ਹੈ ਨਾ, ਹਉਮੈ ਦਾ ਨਿਪਟਾਰਾ ਹੋ ਸਕੇ, ਹਉਮੈ ਦੀ ਪੂਰਤੀ ਹੋ ਸਕੇ, ਉਸ ਦੇ ਬਾਬਤ ਮਨੁੱਖ ਕਾਰਜ ਕਰਦਾ ਹੈ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਫਿਰ ਆਖਦੇ ਨੇ ਕਿ ਜੇ ਤੇ ਮਹਾ ਦੁਖੀ ਸਭ ਲੋਗੋ, ਤੇ ਜਿਸ ਤੋਂ ਸਭ ਲੋਕ ਬਹੁਤ ਦੁਖੀ ਨੇ। ਗੁਰਬਾਣੀ ਦੇ ਵਿੱਚ ਵੀ ਅਸੀਂ ਜਦੋਂ ਰੋਜ਼ਾਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਰਾਗ ਆਸਾ ਦੇ ਵਿੱਚ ਜਿਹੜੀ ਵਾਰ ਉਚਾਰਨ ਕੀਤੀ, ਉਸ ਦੇ ਵਿੱਚ ਵੀ ਪਾਤਸ਼ਾਹ ਜੀ ਜਦੋਂ ਬਾਣੀ ਉਚਾਰਨ ਕਰਦੇ ਨੇ ਤਾਂ ਉਸ ਦੇ ਪਰਥਾਏ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਵੀ 7ਵੀਂ ਪੌੜੀ ਦੇ ਨਾਲ ਸ਼ਲੋਕ ਦਰਜ ਕਰ ਦਿੱਤਾ, ਜਿਸ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਨੇ ਕਿ ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ। ਕਿ ਜਿਹੜਾ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਦੀਰਘ ਦਾ ਭਾਵ ਹੁੰਦਾ ਲੰਮਾ, ਤੇ ਸਭ ਤੋਂ ਲੰਮਾ ਰੋਗ ਜਿਹੜਾ ਹੈ ਮਨੁੱਖ ਦੇ ਜੀਵਨ ਦੇ ਵਿੱਚ ਉਹ ਹਉਮੈ ਦਾ ਹੈ। ਤੇ ਕਹਿੰਦੇ ਇਹ ਵੀ ਨਹੀਂ ਵੀ ਹਉਮੈ ਦਾ ਰੋਗ ਦਾ ਕੋਈ ਇਲਾਜ ਨਹੀਂ ਹੈ, ਇੱਦਾਂ ਵੀ ਨਹੀਂ ਵੀ ਕੋਈ ਰੋਗ ਹੋਵੇ ਤੇ ਉਸ ਦਾ ਇਲਾਜ ਇਸ ਸੰਸਾਰ ਦੇ ਵਿੱਚ ਨਾ ਹੋਵੇ। ਤੇ ਪਰ ਪਾਤਸ਼ਾਹ ਜੀ ਉੱਥੇ ਸਮਝਾਉਣਾ ਕਰਦੇ ਨੇ ਕਿ ਇੱਕ ਉਦਾਹਰਨ ਵੀ ਵਰਤਦੇ ਨੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਜਦੋਂ ਹਉਮੈ ਦਾ ਰੋਗ ਆ ਜਾਵੇ, ਯਾਦ ਰੱਖਣਾ ਹੁਣ ਹਉਮੈ ਇਕੱਲੀ ਪੈਸੇ ਦੀ ਹਉਮੈ ਨਹੀਂ ਹੋ ਸਕਦੀ। ਕਈ ਵਾਰੀ ਸਾਡੇ ਵਿੱਚ ਗੁਣ ਚੰਗਾ ਆ ਜਾਵੇ ਨਾ, ਕੋਈ ਸਾਡੀ ਵਡਿਆਈ ਕਰ ਦੇਵੇ ਵੀ ਭਾਈ ਇਹ ਤਾਂ ਬਹੁਤ ਗੁਰੂ ਦਾ ਸ਼ਰਧਾਲੂ ਬਣਿਆ ਹੋਇਆ ਹੈ, ਇਹ ਤਾਂ ਰੋਜ਼ਾਨਾ ਗੁਰੂ ਘਰ ਜਾਂਦਾ ਹੈ, ਲੰਗਰਾਂ ਦੇ ਵਿੱਚ ਵੀ ਸੇਵਾ ਕਰਦਾ ਹੈ, ਤਾਂ ਸਾਡਾ ਮਨ ਕਈ ਵਾਰੀ ਉਸ ਵੇਲੇ ਵੀ ਜੇਕਰ ਅਸੀਂ ਅੰਦਰੋਂ ਜੁੜੇ ਹਾਂ ਤਾਂ ਅਸੀਂ ਇਸ ਤਰ੍ਹਾਂ ਦੂਜਿਆਂ ਦੀ ਦੁਆਰਾ ਵਡਿਆਈ ਕਰਨ ਦੇ ਨਾਲ, ਦੂਜਿਆਂ ਦੁਆਰਾ ਨਿੰਦਿਆ ਕਰਨ ਦੇ ਨਾਲ ਅਸੀਂ ਆਪਣਾ ਸੁਭਾਅ ਨਹੀਂ ਤਿਆਗ ਦਿੰਦੇ। ਕਿਉਂਕਿ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਤੇ ਜੇਕਰ ਕੋਈ ਸਮਾਜ ਦੇ ਵਿੱਚ ਮਨੁੱਖ ਉਸ ਦੀ ਨਿੰਦਿਆ ਵੀ ਕਰਦਾ ਹੈ ਨਾ, ਚਾਹੇ ਕੋਈ ਵਡਿਆਈ ਵੀ ਕਰਨ ਤੱਕ ਆ ਜਾਵੇ, ਉਹ ਮਨੁੱਖ ਆਪਣਾ ਕਾਰਜ ਨਹੀਂ ਛੱਡਦਾ ਜਿਹੜਾ ਅਸਲ ਦੇ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਜਿਹੜਾ ਮਨ ਕਰਕੇ ਪਰਮਾਤਮਾ ਨੂੰ ਚੇਤੇ ਕਰਦਾ, ਜਿਹੜਾ ਮਨ ਕਰਕੇ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਨਾ, ਉਹ ਕਦੇ ਵੀ ਕਿਸੇ ਦੇ ਕਹਿਣ ਦੇ ਨਾਲ ਆਪਣਾ ਸੁਭਾਅ ਨਹੀਂ ਬਦਲ ਲੈਂਦਾ। ਜਿਹੜਾ ਸੁਭਾਅ ਬਦਲ ਲੈਂਦਾ ਹੈ ਚੇਤੇ ਰੱਖਣਾ, ਉਹ ਮਨ ਕਰਕੇ ਨਹੀਂ ਜੁੜਿਆ, ਉਹ ਬਾਹਰੀ ਤੌਰ ਦੇ ਉੱਤੇ ਦਿਖਾਵਾ ਕਰ ਰਿਹਾ। ਇਸੇ ਤਰ੍ਹਾਂ ਪਾਤਸ਼ਾਹ ਜੀ ਉੱਥੇ ਸਮਝਾਉਣਾ ਕਰਦੇ ਨੇ ਕਿ ਹਉਮੈ ਦਾ ਰੋਗ ਬਹੁਤ ਦੀਰਘ ਹੈ। ਹੁਣ ਮੈਂ ਇੱਕ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਇਹ ਰੋਗ ਦੀਰਘ ਕਿੱਦਾਂ ਹੋ ਜਾਂਦਾ, ਲੰਬਾ ਕਿੱਦਾਂ ਹੋ ਜਾਂਦਾ। ਆਮ ਤੌਰ ਦੇ ਉੱਤੇ ਮਨੁੱਖ ਭੈੜੇ ਕੁਸੰਗ ਦੇ ਵਿੱਚ ਪੈ ਜਾਂਦਾ, ਭੈੜਿਆਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਜਿਨ੍ਹਾਂ ਦਾ ਆਚਰਣ ਮਾੜਾ ਹੈ, ਆਚਰਣ ਪੱਖੋਂ ਮਾੜੇ ਨੇ, ਨਸ਼ਾ ਕਰਦੇ ਨੇ। ਆਮ ਤੌਰ ਦੇ ਉੱਤੇ ਦੇਖਿਆ ਜਾਵੇ ਜੇਕਰ ਕੋਈ ਜਿਸ ਨੇ ਜੀਵਨ ਦੇ ਵਿੱਚ ਕਦੇ ਨਸ਼ਾ ਨਹੀਂ ਕੀਤਾ ਹੁੰਦਾ, ਉਹ ਨਸ਼ੇੜੀਆਂ ਦੇ ਨਾਲ ਰਹਿਣ ਲੱਗ ਜਾਵੇ ਨਾ, ਕਿਤੇ ਨਾ ਕਿਤੇ ਉਹਨੂੰ ਵਾਸਤਾ ਪਾ ਕੇ ਇੱਕ ਵਾਰ ਕੁਝ ਨਾ ਕੁਝ ਨਸ਼ੀਲੀ ਵਸਤੂ ਉਹਨੂੰ ਖਿਲਾ ਦਿੱਤੀ ਜਾਵੇ ਜਾਂ ਪਿਲਾ ਦਿੱਤੀ ਜਾਵੇ, ਜਦੋਂ ਉਸ ਦੀ ਜੀਭ ਨੂੰ ਉਸ ਚੀਜ਼ ਦਾ ਚਸਕਾ ਲੱਗ ਜਾਂਦਾ ਹੈ, ਚਸਕਾ ਲੱਗਣ ਦੇ ਨਾਲ ਨਾਲ ਉਹ ਚੀਜ਼ ਦੀ ਪੂਰਤੀ ਕਰਨ ਦੇ ਲਈ, ਆਪਣੇ ਜੀਭ ਦੇ ਸਵਾਦ ਨੂੰ ਪੂਰਾ ਕਰਨ ਦੇ ਲਈ ਉਹ ਰਸ ਦੇ ਵਸ ਪੈ ਕੇ ਉਹ ਜੀਭ ਨੂੰ ਜਿਹੜਾ ਰਸ ਲੱਗ ਗਿਆ ਨਸ਼ੇ ਦਾ, ਉਹ ਨਸ਼ੇ ਦੀ ਪੂਰਤੀ ਕਰਨ ਦੇ ਲਈ ਵਾਰ-ਵਾਰ ਨਸ਼ਾ ਕਰਦਾ ਹੈ। ਜਦੋਂ ਵਾਰ-ਵਾਰ ਨਸ਼ਾ ਕਰਦਾ ਜਾਂਦਾ ਤੇ ਉਸ ਨਸ਼ੇ ਦਾ ਆਦੀ ਹੋ ਜਾਂਦਾ, ਤੇ ਉਸ ਨਸ਼ੇ ਦਾ ਆਦੀ ਹੋਣ ਦੇ ਨਾਲ ਨਾਲ ਉਹ ਆਪਣੇ ਸਰੀਰ ਦਾ ਨੁਕਸਾਨ ਵੀ ਕਰ ਲੈਂਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਦੇ ਵਿੱਚ ਇੱਕ ਕਿਣਕਾ ਮਾਤਰ ਵੀ ਹਉਮੈ ਦਾ ਕਿਣਕਾ ਵੀ ਆ ਜਾਵੇ ਨਾ, ਉਹ ਕਿਣਕਾ ਵੱਧਦਾ ਇੱਥੋਂ ਤੱਕ ਵੱਧ ਜਾਂਦਾ ਕਿ ਅਸੀਂ ਇਸ ਰੋਗ ਦਾ ਸ਼ਿਕਾਰ ਹੋ ਕੇ ਹੀ ਰਹਿ ਜਾਂਦੇ ਹਾਂ। ਹਉਮੈ ਗੁਨਾਹ ਕਰਕੇ ਵੀ ਹੋ ਸਕਦੀ ਹੈ, ਹਉਮੈ ਇਸ ਚੀਜ਼ ਦੀ ਵੀ ਹੋ ਸਕਦੀ ਵੀ ਸਾਡੇ ਘਰ ਜਿਹੜਾ ਧੀ ਪੁੱਤ ਜੰਮਿਆ ਨਾ, ਉਹ ਬਾਕੀਆਂ ਦੇ ਨਾਲੋਂ ਜ਼ਿਆਦਾ ਗੁਣਕਾਰੀ ਹੈ। ਹੁਣ ਹਉਮੈ ਦੇ ਪੱਖ ਬੜੇ ਆ ਜਾਣਗੇ ਜੇਕਰ ਅਸੀਂ ਵਿਸਥਾਰ ਦੇ ਨਾਲ ਇੱਥੇ ਵਿਚਾਰ ਕਰਾਂਗੇ।
ਪਰ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸਮਝਾਉਣਾ ਕਰਦੇ ਨੇ ਕਿ ਜਦੋਂ ਮਨੁੱਖ ਜਨਮ ਲੈਂਦਾ ਹੈ, ਮਨੁੱਖ ਦੇ ਆਰੰਭ ਤੋਂ ਹੀ ਉਸ ਦੇ ਜੀਵਨ ਦੇ ਵਿੱਚ ਹਉਮੈ ਦਾ ਰੋਗ ਲੱਗਾ ਹੋਇਆ ਹੈ। ਤੇ ਕਹਿੰਦੇ ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਜਿਹੜਾ ਇਸ ਰੋਗ ਤੋਂ ਬਚ ਸਕੇ। ਤੇ ਫਿਰ ਪਾਤਸ਼ਾਹ ਜੀ ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਜਾਂ ਸਰਵਣ ਕਰਦੇ ਹਾਂ, ਤਾਂ ਫਿਰ ਉਸ ਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਇਹ ਵੀ ਸਮਝਾ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਧਰਤੀ ਦੇ ਉੱਤੇ ਪਰਮਾਤਮਾ ਦਾ ਅਵਤਾਰ ਮੰਨਿਆ ਜਾਂਦਾ ਸੀ, ਤੇ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਵੀ ਇਸ ਹਉਮੈ ਦੇ ਰੋਗ ਦੇ ਵਿੱਚ ਫਸ ਕੇ ਹੀ ਆਪਣਾ ਜੀਵਨ ਖਰਾਬ ਕਰਕੇ ਚਲੇ ਗਏ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਹੁਣ ਉਹਨਾਂ ਨੂੰ ਹਉਮੈ ਦਾ ਰੋਗ ਕਿਸ ਤਰ੍ਹਾਂ ਲੱਗਾ? ਪਾਤਸ਼ਾਹ ਜੀ ਆਖਦੇ ਨੇ ਕਿ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਨੂੰ ਭੇਜਿਆ ਸੀ ਕਿ ਪਰਮਾਤਮਾ ਦਾ ਨਾਮ ਜਪਾਇਆ ਜਾਵੇ, ਪਰਮਾਤਮਾ ਦੇ ਨਾਮ ਦੀ ਲੋਕਾਂ ਨੂੰ ਸਮਝ ਦਰਸਾਈ ਜਾਵੇ, ਲੋਕਾਂ ਨੂੰ ਪਰਮਾਤਮਾ ਦਾ ਗਿਆਨ ਵੰਡਿਆ ਜਾਵੇ। ਕਹਿੰਦੇ ਪਰ ਇਹ ਲੋਕ ਜਿਹੜੇ ਧਰਤੀ ਦੇ ਉੱਤੇ ਭੇਜੇ ਸਨ ਨਾ, ਇਹਨਾਂ ਨੇ ਵੀ ਹਉਮੈ ਦੇ ਵਸ ਪੈ ਕੇ ਆਪਣਾ ਜੀਵਨ ਨਿਰਵਾਹ ਕੀਤਾ। ਪਰਮਾਤਮਾ ਦਾ ਨਾਮ ਜਪਾਉਣ ਦੀ ਬਜਾਏ ਆਪਣੇ ਸਰੀਰ ਦੇ ਨਾਲ ਲੋਕਾਂ ਨੂੰ ਜੋੜ ਲਿਆ। ਇਸ ਕਰਕੇ ਹਉਮੈ ਦਾ ਸ਼ਿਕਾਰ ਇਹ ਵੀ ਲੋਕ ਰਹੇ ਨੇ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਉਸ ਵੈਦ ਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਦੁਨੀਆ ਦੇ ਲੋਕ ਇਸ ਹਉਮੈ ਦੇ ਰੋਗ ਤੋਂ ਬਹੁਤ ਦੁਖੀ ਨੇ। ਜਗ ਮਹਿ ਜਨਮ ਮਰਨ ਕੋ ਕਾਰਨ, ਕਹਿ ਉਪਚਾਰ ਨਾ ਹੋਤ ਨਿਵਾਰਨ। ਤੇ ਕਹਿੰਦੇ ਇਸ ਹਉਮੈ ਦੇ ਕਾਰਨ ਮਨੁੱਖ ਆਤਮਿਕ ਤੌਰ ਦੇ ਉੱਤੇ ਬਾਰ-ਬਾਰ ਜਨਮਦਾ ਹੈ ਤੇ ਬਾਰ-ਬਾਰ ਮਰਦਾ ਰਹਿੰਦਾ ਹੈ। ਤੇ ਕਹਿੰਦੇ ਦਵਾਈ ਦੇ ਨਾਲ ਇਹ ਰੋਗ ਦੂਰ ਨਹੀਂ ਹੁੰਦਾ। ਹੁਣ ਜਦੋਂ ਅਸੀਂ ਮੰਨ ਲਓ ਆਪਣੇ ਸਰੀਰ ਦਾ ਕੋਈ ਐਕਸਰਾ ਕਰਾਉਣਾ ਹੈ, ਕੋਈ ਸਕੈਨ ਕਰਾਣੀ ਹੈ, ਉਸ ਸਕੈਨ ਦੇ ਵਿੱਚ ਇਹ ਤਾਂ ਨਹੀਂ ਆ ਜਾਵੇਗਾ ਕਿ ਮਨੁੱਖ ਦੇ ਦਿਮਾਗ ਦੇ ਵਿੱਚ ਕੀ ਹੈ, ਜਾਂ ਮਨੁੱਖ ਨੂੰ ਦਿਮਾਗ ਤੌਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਅਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ, ਪਰ ਉਹਨਾਂ ਐਕਸਰਿਆਂ ਦੇ ਵਿੱਚ, ਉਹਨਾਂ ਸਕੈਨਾਂ ਦੇ ਵਿੱਚ ਇਹ ਤਾਂ ਨਹੀਂ ਆ ਸਕਦਾ ਕਿ ਮਨੁੱਖ ਦੇ ਜੀਵਨ ਦੇ ਵਿੱਚ ਇਸ ਨੂੰ ਕਾਮ ਵਾਸ਼ਨਾਵਾਂ ਨੇ, ਜਿਸ ਦੇ ਜੀਵਨ ਦੇ ਵਿੱਚ ਹਉਮੈ ਦਾ ਰੋਗ ਲੱਗਾ। ਪਰ ਪਾਤਸ਼ਾਹ ਜੀ ਇੱਥੇ ਉਸ ਵੈਦ ਨੂੰ ਆਖਦੇ ਨੇ ਕਿ ਮਨੁੱਖ ਹਉਮੈ ਦੇ ਕਾਰਨ ਵਾਰ-ਵਾਰ ਜਨਮਦਾ ਹੈ ਤੇ ਵਾਰ-ਵਾਰ ਮਰਦਾ ਹੈ। ਕਿਵੇਂ? ਆਤਮਿਕ ਤੌਰ ਦੇ ਉੱਤੇ। ਗੁਰਬਾਣੀ ਦੇ ਅਨੁਸਾਰ ਜਿੱਥੇ ਪਾਤਸ਼ਾਹ ਜੀ ਨੇ ਸਾਨੂੰ ਇਹ ਵੀ ਸਮਝਾਉਣਾ ਕੀਤਾ ਕਿ ਜਿਹੜੀ ਚੀਜ਼ ਇਸ ਧਰਤੀ ਦੇ ਉੱਤੇ ਇੱਕ ਵਾਰ ਪੈਦਾ ਹੋ ਗਈ, ਉਹ ਇੱਕ ਨਾ ਇੱਕ ਦਿਨ ਖਤਮ ਹੋ ਜਾਣੀ ਹੈ। ਇਸੇ ਤਰ੍ਹਾਂ ਮਨੁੱਖ ਮਨ ਕਰਕੇ ਵੀ ਜੰਮਦਾ ਹੈ ਤੇ ਮਨ ਕਰਕੇ ਵੀ ਮਰਦਾ। ਪਤਾ ਨਹੀਂ ਦਿਨ ਦੇ ਵਿੱਚ ਕਿੰਨੀ ਵਾਰ ਮਨ ਕਰਕੇ ਉਸ ਦਾ ਜਨਮ ਹੁੰਦਾ ਤੇ ਮਨ ਕਰਕੇ ਉਸ ਦਾ ਮਰਨ ਹੋ ਜਾਂਦਾ ਆਤਮਿਕ ਤੌਰ ਦੇ ਉੱਤੇ, ਜਿਹਨੂੰ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਜਦੋਂ ਤੱਕ ਪਰਮਾਤਮਾ ਦਾ ਨਾਮ ਸਾਡੀ ਸੁਰਤ ਦੇ ਵਿੱਚ ਹੈ, ਹੁਣ ਪਰਮਾਤਮਾ ਦਾ ਨਾਮ ਭਾਵ ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਸਬਰ ਸੰਤੋਖ ਹੈ, ਮਿਹਨਤ ਵਾਲਾ ਗੁਣ ਹੈ, ਇਮਾਨਦਾਰੀ ਹੈ, ਉਦੋਂ ਤਾਂ ਮਨੁੱਖ ਇਹਨਾਂ ਗੁਣਾਂ ਦੇ ਵੱਸ ਪੈ ਕੇ ਆਤਮਿਕ ਤੌਰ ਦੇ ਉੱਤੇ ਜਿਉਂਦਾ ਹੈ। ਕਿਵੇਂ? ਕਿਉਂਕਿ ਉਹ ਉਸ ਦੀ ਜਿਹੜੀ ਆਤਮਾ ਹੈ ਉਹ ਪਾਪ ਕਰਨ ਵੱਲ ਨਹੀਂ ਤੁਰਦੀ, ਭੈੜੇ ਕਰਮ ਕਰਨ ਵੱਲ ਨਹੀਂ ਤੁਰਦੀ। ਜਦੋਂ ਮਨੁੱਖ ਨੇ ਜੀਵਨ ਦੇ ਵਿੱਚੋਂ ਸਬਰ ਸੰਤੋਖ ਤਿਆਗ ਦਿੱਤਾ, ਇਮਾਨਦਾਰੀ ਦਾ ਪੱਲਾ ਛੱਡ ਦਿੱਤਾ, ਮਿਹਨਤ ਦਾ ਪੱਲਾ ਛੱਡ ਦਿੱਤਾ, ਤਾਂ ਦੂਜੇ ਪਾਸੇ ਔਗਣਾਂ ਦੇ ਵਸ ਪੈ ਕੇ, ਲੋਭ ਦੇ ਵਸ ਪੈ ਕੇ, ਲਾਲਚ ਦੇ ਵਸ ਪੈ ਕੇ ਉਹ ਮਨੁੱਖ ਫਿਰ ਇਹੋ ਜਿਹੇ ਕਰਮ ਕਰੇਗਾ ਜਿਸ ਦੇ ਨਾਲ ਉਹਨਾਂ ਲੋਭ ਤੇ ਲਾਲਚ ਵਰਗਿਆਂ ਦੀ ਪੂਰਤੀ ਕਰਨ ਦੇ ਲਈ, ਵਿਕਾਰਾਂ ਦੀ ਪੂਰਤੀ ਕਰਨ ਦੇ ਲਈ ਉਹ ਹਰ ਹੱਦ ਤੱਕ ਜਾ ਜਾਂਦਾ। ਜੇਕਰ ਜੀਵਨ ਦੇ ਵਿੱਚ ਸਬਰ ਸੰਤੋਖ ਹੈ, ਜਦੋਂ ਭਰਾਵਾਂ ਦੇ ਵਿੱਚ ਕਿਤੇ ਜ਼ਮੀਨ ਦੀ ਵੰਡ ਪੈਂਦੀ ਨਾ, ਜੇਕਰ ਦੋਨਾਂ ਦੇ ਵਿੱਚ ਸਬਰ ਸੰਤੋਖ ਹੈ ਤਾਂ ਜਿਹੜਾ ਹਿੱਸਾ ਉਹਨਾਂ ਦੇ ਹਿੱਸੇ ਆਉਂਦਾ ਹੈ ਤਾਂ ਉਸ ਦੇ ਵਿੱਚ ਸੰਤੁਸ਼ਟੀ ਜਤਾਉਂਦੇ ਨੇ। ਜੇਕਰ ਜੀਵਨ ਦੇ ਵਿੱਚ ਲੋਭ ਹੈ, ਲਾਲਚ ਹੈ, ਤਾਂ ਇੱਕ ਭਰਾ ਦੂਜੇ ਭਰਾ ਦੀ ਜ਼ਮੀਨ ਹਾਸਲ ਕਰਨ ਦੇ ਲਈ ਉਹਨੂੰ ਮਾਰਨ ਤੱਕ ਵੀ ਚਲਾ ਜਾਂਦਾ। ਇਸ ਕਰਕੇ ਪਾਤਸ਼ਾਹ ਜੀ ਇੱਥੇ ਉਸ ਵੈਦ ਨੂੰ ਸਮਝਾਉਣਾ ਕਰਦੇ ਨੇ ਕਿ ਹਉਮੈ ਦੇ ਕਾਰਨ ਮਨੁੱਖ ਜਨਮਦਾ ਤੇ ਮਰਦਾ ਹੈ ਵਾਰ-ਵਾਰ, ਤੇ ਇਹ ਰੋਗ ਕਹਿੰਦੇ ਦਵਾਈ ਦੇ ਨਾਲ ਦੂਰ ਹੋਣ ਵਾਲਾ ਨਹੀਂ। ਤੇ ਇਸ ਕਰਕੇ ਹੁਣ ਪਾਤਸ਼ਾਹ ਜੀ ਉਸ ਵੈਦ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਆਪਨ ਆਪ ਕੋ ਹੀਰੋ ਆਮੀ, ਕਰੋ ਅਬਰ ਕੋ ਕੈਸ ਅਨਾਮੀ। ਤੇ ਹੁਣ ਪਾਤਸ਼ਾਹ ਜੀ ਉਸ ਵੈਦ ਨੂੰ ਆਖਦੇ ਨੇ ਕਿ ਜਿਵੇਂ ਸੰਸਾਰ ਹਉਮੈ ਦੇ ਰੋਗ ਦਾ ਸ਼ਿਕਾਰ ਹੈ, ਤੇ ਕਹਿੰਦੇ ਜੇਕਰ ਵੈਦ ਜੀ ਤੁਸੀਂ ਵੀ ਇਸ ਰੋਗ ਦਾ ਸ਼ਿਕਾਰ ਹੋ ਤਾਂ ਮੈਨੂੰ ਇਹ ਸਮਝਾਉਣਾ ਕਰੋ, ਜੇਕਰ ਖੁਦ ਤੁਸੀਂ ਹਉਮੈ ਦੇ ਸ਼ਿਕਾਰੀ ਹੋ
ਤਾਂ ਤੁਸੀਂ ਦੂਜਿਆਂ ਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਹੋ। ਹੁਣ ਜੇਕਰ ਆਪ ਕਿਸੇ ਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਤਾਂ ਉਹ ਦੂਜੇ ਦਾ ਮਿੱਠਾ ਖਾਣਾ ਬੰਦ ਕਿਸ ਤਰ੍ਹਾਂ ਕਰਾ ਸਕਦਾ। ਜੇਕਰ ਹੁਣ ਮਨੁੱਖ ਨੂੰ ਆਪ ਹੀ ਕਿਸੇ ਚੀਜ਼ ਦਾ ਉਹ ਮਨੁੱਖ ਸ਼ਿਕਾਰ ਹੋਵੇ, ਉਹ ਦੂਜੇ ਨੂੰ ਕਿਸ ਤਰ੍ਹਾਂ ਬਚਾ ਸਕਦਾ। ਤੇ ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵੈਦ ਨੂੰ ਸਮਝਾਉਂਦੇ ਨੇ ਕਿ ਪਹਿਲਾਂ ਤੁਸੀਂ ਆਪਣੇ ਆਪ ਨੇ ਰੋਗ ਨੂੰ ਸਮਝੋ, ਤਾਂ ਕਹਿੰਦੇ ਫਿਰ ਤੁਸੀਂ ਦੂਜਿਆਂ ਨੂੰ ਅਰੋਗ ਕਰ ਸਕਦੇ ਹੋ। ਜਿਸ ਭੇਖਜ ਤੇ ਹੋ ਮੈਂ ਜਾਈ, ਅਬ ਚਲੋ ਸੁਖ ਵਸ ਹੈ ਤਨ ਆਈ। ਤੇ ਕਹਿੰਦੇ ਜਿਸ ਦਵਾ ਦੇ ਨਾਲ, ਜਿਸ ਦਵਾਈ ਦੇ ਨਾਲ ਹਉਮੈ ਦਾ ਰੋਗ ਦੂਰ ਹੋ ਜਾਣਾ ਨਾ, ਤੇ ਜਦੋਂ ਹਉਮੈ ਦਾ ਰੋਗ ਦੂਰ ਹੋ ਗਿਆ ਤਾਂ ਕਹਿੰਦੇ ਮਨੁੱਖ ਨੂੰ ਆਤਮਿਕ ਤੌਰ ਦੇ ਉੱਤੇ ਇਹੋ ਜਿਹਾ ਸੁੱਖ ਪ੍ਰਾਪਤ ਹੋ ਜਾਣਾ ਜਿਹੜਾ ਸੁੱਖ ਕਦੇ ਵੀ ਮਰਨ ਵਾਲਾ ਨਹੀਂ। ਦੁਨਿਆਵੀ ਤੌਰ ਦੇ ਉੱਤੇ ਅਸੀਂ ਸੁੱਖ ਦੀ ਪਰਿਭਾਸ਼ਾ ਅਸੀਂ ਇਹੀ ਸਮਝਦੇ ਵੀ ਘਰ ਚੰਗਾ ਹੋਵੇ, ਘਰ ਦੇ ਵਿੱਚ ਵਧੀਆ ਕਿਸਮ ਦੀਆਂ ਗੱਡੀਆਂ ਖੜੀਆਂ ਹੋਣ, ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੋਵੇ, ਤਾਂ ਅਸੀਂ ਕਹਿੰਦੇ ਵੀ ਇਹੀ ਸਾਡੇ ਲਈ ਸਭ ਤੋਂ ਵੱਡਾ ਸੁੱਖ ਹੈ। ਪਰ ਇਹ ਸੁੱਖ ਸਦਾ ਰਹਿਣ ਵਾਲਾ ਨਹੀਂ। ਨਾ ਹੀ ਸਾਡੀਆਂ ਗੱਡੀਆਂ ਸਦਾ ਰਹਿਣੀਆਂ, ਨਾ ਹੀ ਸਾਡੇ ਘਰ ਘਾਟ ਸਦਾ ਰਹਿਣੇ ਨੇ, ਤੇ ਨਾ ਹੀ ਸਾਡੇ ਧੀਆਂ ਪੁੱਤਰ ਜਾਂ ਅਸੀਂ ਸਦਾ ਰਹਿਣਾ ਹੈ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਹਉਮੈ ਦਾ ਰੋਗ ਮਨੁੱਖ ਦੇ ਜੀਵਨ ਦੇ ਵਿੱਚੋਂ ਦੂਰ ਹੋ ਗਿਆ ਨਾ, ਤਾਂ ਉਸ ਨੂੰ ਸਦਾ ਵਾਸਤੇ ਸਥਿਰ ਰਹਿਣ ਵਾਲਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇਗਾ। ਸੋ ਉਪਚਾਰ ਕਰੇ ਜੇ ਕੋ, ਨਿਜ ਰੁਜ ਕੋਏ ਵੈਦ ਭਲ ਸੋ। ਤੇ ਕਹਿੰਦੇ ਜੇ ਉਹ ਇਲਾਜ ਕੋਈ ਕਰੇ ਤਾਂ ਨਿੱਜੀ ਦੂਰ ਦੁੱਖ ਜਿਹੜੇ ਨੇ ਉਹ ਦੂਰ ਕਰਨ ਵਾਲਾ ਅਸਲ ਵਿੱਚ ਉਹੀ ਚੰਗਾ ਵੈਦ ਹੈ। ਜਿਹੜਾ ਵੈਦ ਸਾਡੇ ਰੋਗ ਦੀ ਜੜ ਤੱਕ ਜਾਵੇ, ਸਾਡੇ ਰੋਗਾਂ ਦਾ ਨਿਪਟਾਰਾ ਕਰ ਦੇਵੇ, ਸਰੀਰਕ ਰੋਗਾਂ ਦੀ ਜੇਕਰ ਸਾਡੀ ਜਿਹੜੀ ਸਮਝ ਆ ਜਾਵੇ, ਉਹ ਰੋਗ ਖਤਮ ਕਰ ਦੇਵੇ, ਤਾਂ ਅਸੀਂ ਆਖ ਦਿੰਦੇ ਹਾਂ ਵੀ ਇਸ ਤੋਂ ਵੱਡਾ ਡਾਕਟਰ ਕੋਈ ਇਸ ਦੁਨੀਆ ਤੇ ਨਹੀਂ। ਇਹਨੇ ਮੇਰਾ ਰੋਗ ਠੀਕ ਕਰ ਦਿੱਤਾ, ਮੈਨੂੰ ਠੀਕ ਕਰ ਦਿੱਤਾ, ਮੈਨੂੰ ਤੰਦਰੁਸਤ ਕਰ ਦਿੱਤਾ, ਇਸ ਦੇ ਕੋਲ ਜਾ ਕੇ ਮੈਂ ਰੋਗ ਰਹਿਤ ਹੋ ਗਿਆ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜਾ ਵੀ ਮਨੁੱਖ ਦੇ ਮਨ ਦੇ ਰੋਗਾਂ ਨੂੰ ਦੂਰ ਕਰ ਦੇਵੇ ਨਾ, ਇਸ ਸੰਸਾਰ ਦੇ ਵਿੱਚ ਉਸ ਤੋਂ ਤਕੜਾ ਵੈਦ ਹੋਰ ਕੋਈ ਨਹੀਂ। ਹੋਰ ਕੋਈ ਵੀ ਤਕੜਾ ਵੈਦ ਇਸ ਸੰਸਾਰ ਦੇ ਵਿੱਚ ਨਹੀਂ ਹੈ। ਜਨਮ ਮਰਨ ਤੇ ਮੁਕਤਾ ਹੋਈ, ਬਹੁਰ ਨਾ ਰੋਗ ਵਿਆਪੈ ਕੋਈ। ਤੇ ਇਸੇ ਤਰ੍ਹਾਂ ਜਦੋਂ ਉਹ ਮਨੁੱਖ ਦਾ ਮਾਨਸਿਕ ਤੌਰ ਤੇ ਮਨ ਕਰਕੇ ਰੋਗਾਂ ਤੋਂ ਛੁਟਕਾਰਾ ਹੋ ਗਿਆ, ਤੇ ਕਹਿੰਦੇ ਫਿਰ ਇਸੇ ਤਰ੍ਹਾਂ ਮਨੁੱਖ ਆਤਮਿਕ ਤੌਰ ਤੇ ਜਨਮ ਮਰਨ ਤੋਂ ਵੀ ਮੁਕਤ ਹੋ ਜਾਵੇਗਾ। ਉਹ ਵਾਰ-ਵਾਰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪਵੇਗਾ, ਵਿਕਾਰਾਂ ਕਰਕੇ ਆਤਮਿਕ ਤੌਰ ਦੇ ਉੱਤੇ ਮੌਤ ਨਹੀਂ ਸਹੇੜੇਗਾ, ਤੇ ਫਿਰ ਉਸ ਨੂੰ ਕਹਿੰਦੇ ਦੁਬਾਰਾ ਉਸ ਨੂੰ ਕੋਈ ਰੋਗ ਲੱਗ ਹੀ ਨਹੀਂ ਸਕਦਾ। ਹੁਣ ਜਿਨ੍ਹਾਂ ਨੂੰ ਗੁਰਬਾਣੀ ਦੇ ਅਸਲ ਅਰਥ ਸਮਝ ਆ ਗਏ, ਜਾਂ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਖਾਲਸਾ ਪੰਥ ਦੀ ਸਾਜਨਾ ਕਿਸ ਸੰਦਰਭ ਦੇ ਵਿੱਚ ਹੋਈ, ਕਿਸ ਕਾਰਨ ਕਰਕੇ ਹੋਈ, ਕਿਹੋ ਜਿਹਾ ਕਿਰਦਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡਾ ਘੜਨਾ ਚਾਹੁੰਦੇ ਸੀ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਫਿਰ ਉਹ ਉਸ ਗੁਰੂ ਸਾਹਿਬ ਜੀ ਦੇ ਦੱਸੇ ਆਸ਼ੇ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਗੇ। ਉਹ ਫਿਰ ਭੈੜਿਆਂ ਰਾਹਾਂ ਵੱਲ ਨੂੰ ਨਹੀਂ ਚੱਲਣਗੇ, ਉਹ ਮਾਨਸਿਕ ਤੌਰ ਦੇ ਉੱਤੇ ਵੀ ਸਚਿਆਰੇ ਹੋ ਜਾਣਗੇ। ਤੇ ਇਸੇ ਤਰ੍ਹਾਂ ਫਿਰ ਇੱਥੇ ਵੈਦ ਨੂੰ ਸਮਝਾਉਣਾ ਕਰਦੇ ਨੇ ਕਿ ਹੇ ਭਾਈ, ਜਿਨ੍ਹਾਂ ਦੇ ਮਨ ਦਾ ਰੋਗ ਦੂਰ ਹੋ ਗਿਆ ਨਾ, ਉਹ ਦੁਬਾਰਾ ਫਿਰ ਇਸ ਰੋਗ ਦਾ ਸ਼ਿਕਾਰ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਸਮਝ ਲੱਗ ਜਾਂਦੀ ਕਿ ਹਉਮੈ ਦੇ ਨਾਲ ਮਨੁੱਖ ਮੁਕਤ ਨਹੀਂ ਹੋ ਸਕਦਾ। ਮਨੁੱਖ ਦੇ ਜੀਵਨ ਦੇ ਵਿੱਚ ਪ੍ਰੇਮ ਭਾਵਨਾ, ਸਤਿਕਾਰ, ਇਮਾਨਦਾਰੀ, ਇਹ ਚੰਗੇ ਗੁਣ ਹੋਣੇ ਚਾਹੀਦੇ ਨੇ, ਤਾਂ ਮਨੁੱਖ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਇਹ ਮਾਇਕ ਪਦਾਰਥਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ। ਰੁਜ ਪਰਖਣ ਪੁਨ ਤਿਨ ਕੋ ਹਰਨੇ, ਸੁਨਿਓ ਚਹਿਤ ਹੋ ਮਨ ਦਿੜ ਕਰਨੇ। ਤੇ ਕਹਿੰਦੇ ਬਿਮਾਰੀ ਜਾਚਣਾ, ਤੇ ਕਹਿੰਦੇ ਫਿਰ ਇਸ ਨੂੰ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ। ਰੁਜ ਪਰਖਣ ਪੁਨ ਤਿਨ ਕੋ ਹਰਨੇ, ਸੁਨਿਓ ਚਹਿਤ ਹੋ ਮਨ ਦਿੜ ਕਰਨੇ। ਜੇ ਤੁਸੀਂ ਇਸ ਬਾਰੇ ਕਹਿੰਦੇ ਜਾਣਨਾ ਚਾਹੁੰਦੇ ਹੋ ਤਾਂ ਹੇ ਵੈਦ ਜੀ, ਮਨ ਨੂੰ ਟਿਕਾ ਕੇ ਸੁਣੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਜਦੋਂ ਪਹਿਲਾ ਪਾਤਸ਼ਾਹ ਜੀ ਨੇ ਉਸ ਵੈਦ ਦੇ ਨਾਲ ਵਿਚਾਰ ਚਰਚਾ ਕੀਤੀ ਵੀ ਜੇਕਰ ਤੁਹਾਡੇ ਆਪਣੇ ਜੀਵਨ ਦੇ ਵਿੱਚ ਹਉਮੈ ਹੈ ਤਾਂ ਤੁਸੀਂ ਦੂਜਿਆਂ ਦੀ ਹਉਮੈ ਕਿਸ ਤਰ੍ਹਾਂ ਦੂਰ ਕਰ ਲਵੋਗੇ। ਹਉਮੈ ਕਿਸ ਚੀਜ਼ ਦੀ ਸੀ ਵੈਦ ਨੂੰ, ਵੀ ਮੇਰੇ ਤੋਂ ਤਕੜਾ ਵੈਦ ਨਹੀਂ, ਲੈ ਬਈ ਮੈਂ ਤਾਂ ਕਾਲੂ ਜੀ ਨੇ ਵੀ ਮੈਨੂੰ ਇਲਾਜ ਕਰਨ ਲਈ ਸੱਦ ਲਿਆ, ਕਿਉਂਕਿ ਸਰਕਾਰੀ ਦਰਬਾਰੇ ਪੂਰੀ ਪਹੁੰਚ ਹੈ ਨਾ ਮਹਿਤਾ ਕਾਲੂ ਜੀ ਦੀ।
ਹੁਣ ਉਹਦੇ ਮਨ ਦੇ ਵਿੱਚ ਵੀ ਆਪਣੇ ਗੁਣਾਂ ਨੂੰ ਲੈ ਕੇ ਹਉਮੈ ਜਾਗ ਪਈ ਵੀ ਮੇਰੇ ਤੋਂ ਵੱਡਾ ਵੈਦ ਕੋਈ ਨਹੀਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਉਹਨੂੰ ਆਖਦੇ ਨੇ ਵੀ ਜੇਕਰ ਤੁਹਾਡੇ ਜੀਵਨ ਦੇ ਵਿੱਚ ਵੀ ਹਉਮੈ ਆ ਗਈ ਤਾਂ ਤੁਸੀਂ ਦੂਜਿਆਂ ਦੀ ਹਉਮੈ ਦੂਰ ਕਿਸ ਤਰ੍ਹਾਂ ਕਰੋਗੇ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਰੋਗ ਕਿਸ ਤਰ੍ਹਾਂ ਦੂਰ ਕੀਤਾ ਜਾ ਸਕੇ, ਇਸ ਰੋਗ ਤੋਂ ਕਿਵੇਂ ਬਚਿਆ ਜਾ ਸਕੇ, ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਹੇ ਵੈਦ ਜੀ, ਧਿਆਨ ਦੇ ਨਾਲ ਹੁਣ ਮਨ ਟਿਕਾ ਕੇ ਮੇਰੀ ਗੱਲ ਨੂੰ ਸੁਣੋ, ਤਾਂ ਜੋ ਤੁਹਾਡੇ ਜੀਵਨ ਦੇ ਵਿੱਚ ਹਉਮੈ ਦਾ ਰੋਗ ਵੀ ਜਿਹੜਾ ਹੈ ਉਹ ਦੂਰ ਹੋ ਸਕੇ। ਤੋ ਉਚਰੋ ਨਿਜ ਹਿਰਦੈ ਚਾਹੂ, ਸਭੈ ਕਹੋ ਮੈਂ ਤੁਮਰੇ ਪਾਹੂ। ਤੇ ਕਹਿੰਦੇ ਜੇਕਰ ਤੁਹਾਡੇ ਹਿਰਦੇ ਦੇ ਵਿੱਚ ਇਹ ਸੁਣਨ ਦੀ ਇੱਛਾ ਹੈ, ਜੇਕਰ ਤੁਸੀਂ ਇਹ ਗੁਣ ਧਾਰਨ ਕਰਨਾ ਚਾਹੁੰਦੇ ਹੋ, ਆਪਣੇ ਜੀਵਨ ਦੇ ਵਿੱਚ ਮਨ ਕਰਕੇ ਅਰੋਗ ਹੋਣਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਇਹ ਬਚਨ ਸੁਣਾਉਣਾ ਕਰਦਾ, ਤਾਂ ਮੈਂ ਤੁਹਾਨੂੰ ਉਚਾਰਨ ਕਰਦਾ ਹਾਂ ਕਿ ਇਹ ਸਭ ਕੁਝ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸ ਵਿਦ ਸੁਣੇ ਬੈਦ ਬਚ ਜਬ ਹੀ, ਵਿਸਮੈ ਹੋਏ ਵਿਚਾਰਤ ਤਬ ਹੀ। ਤਾਂ ਜਦੋਂ ਹੁਣ ਵੈਦ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਇਹ ਸਾਰਾ ਕੁਝ ਸੁਣਿਆ, ਤਾਂ ਕਵੀ ਜੀ ਆਖਦੇ ਨੇ ਕਿ ਇਹ ਸ਼ਬਦ ਸੁਣ ਕੇ ਵੈਦ ਬੜਾ ਹੈਰਾਨ ਹੁੰਦਾ ਹੈ ਤੇ ਮਨ ਦੇ ਵਿੱਚ ਵਿਚਾਰ ਕਰਨ ਲੱਗਾ ਕਿ ਅਜਿਹਾ ਗੁਣ ਤਾਂ ਕਿਸੇ ਵਿਰਲੇ ਮਨੁੱਖ ਕੋਲ ਹੀ ਹੋ ਸਕਦਾ। ਉਹ ਮਨ ਦੇ ਵਿੱਚ ਵਿਚਾਰ ਕਰਦਾ ਹੈ, ਕੋ ਨਰ ਇਹ ਨੁਤਹਿ ਉਚਾਰੀ, ਸੁਣ ਤੋ ਅਬ ਨੈਣ ਨਿਹਾਰੀ। ਕਹਿੰਦਾ ਵੀ ਹੁਣ ਤੱਕ ਅਜਿਹੇ ਗੁਣਾਂ ਵਾਲੇ ਮਨੁੱਖ ਦੇ ਬਾਰੇ ਮੈਂ ਸੁਣਿਆ ਹੀ ਸੀ। ਵੈਦ ਜਦੋਂ ਦੇਖਦਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਉਪਦੇਸ਼ ਕਰ ਰਹੇ ਨੇ, ਉਹਨਾਂ ਨੇ ਮਨ ਦੇ ਰੋਗਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਹੈ। ਤੇ ਮਨ ਕਰਕੇ ਹੁਣ ਜੇਕਰ ਸੱਜਣ ਠੱਗ ਦੇ ਕੋਲ ਗਏ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਜਣ ਠੱਗ ਦਾ ਸਰੀਰ ਨਹੀਂ ਬਦਲਿਆ, ਸੱਜਣ ਠੱਗ ਦੀ ਸੋਚ ਬਦਲ ਦਿੱਤੀ ਸੀ ਵੀ ਭਾਈ ਜਿਹੜੀਆਂ ਲੋਕਾਂ ਦੇ ਨਾਲ ਤੂੰ ਠੱਗੀਆਂ ਕਰਦਾ ਹੈ ਨਾ, ਉਹ ਠੱਗੀਆਂ ਕਰਨੀਆਂ ਛੱਡ ਦੇ, ਇਮਾਨਦਾਰੀ ਦੇ ਨਾਲ ਜਿਹੜੇ ਯਾਤਰੂ ਤੇਰੇ ਕੋਲ ਸਰਾਂ ਦੇ ਵਿੱਚ ਰੁਕਦੇ ਨੇ ਉਹਨਾਂ ਦੀ ਚੰਗੇ ਤਰੀਕੇ ਦੇ ਨਾਲ ਆਓ ਭਗਤ ਕਰਿਆ ਕਰ। ਮਨ ਬਦਲਿਆ ਸੀ ਪਾਤਸ਼ਾਹ ਜੀ ਨੇ, ਮਨ ਦੀ ਵਿਚਾਰਧਾਰਾ ਬਦਲ ਦਿੱਤੀ ਸੀ। ਸੱਜਣ ਠੱਗ ਦਾ ਸਰੀਰ ਤਾਂ ਉਹੀ ਰਹਿ ਗਿਆ ਸੀ। ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਵੈਦ ਆਖਦਾ, ਕਹਿੰਦਾ ਚੰਗਿਆਂ ਗੁਣਾਂ ਵਾਲੇ ਮਨੁੱਖਾਂ ਦੇ ਬਾਬਤ ਸੁਣਿਆ ਸੀ ਵੀ ਇਹੋ ਜਿਹੇ ਗੁਣਾਂ ਵਾਲੇ ਮਨੁੱਖ ਵੀ ਹੁੰਦੇ ਨੇ ਸੰਸਾਰ ਦੇ ਵਿੱਚ, ਤੇ ਕਹਿੰਦਾ ਪਰ ਮੈਂ ਆਪਣੀਆਂ ਅੱਜ ਅੱਖਾਂ ਦੇ ਨਾਲ ਪ੍ਰਤੱਖ ਦਰਸ਼ਨ ਕਰ ਲੈਨੇ ਵੀ ਹਾਂ ਭਾਈ ਸੱਚਮੁੱਚ ਇਹੋ ਜਿਹੇ ਚੰਗੇ ਗੁਣਾਂ ਵਾਲੇ ਵੀ ਇਸ ਸੰਸਾਰ ਦੇ ਵਿੱਚ ਹਨ। ਕਲਾਵਾਨ ਇਹ ਸਤ ਅਵਤਾਰਾ, ਬੂਝ ਲਿਓ ਮੈਂ ਹੋਏ ਨਿਸਤਾਰਾ। ਤੇ ਹੁਣ ਇੱਥੇ ਵੈਦ ਹਰੀਦਾਸ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦਾ ਆਖਦਾ ਹੈ ਵੀ ਇਹ ਤਾਂ ਕਲਾਵਾਨ ਕੋਈ ਅਵਤਾਰ ਹੈ, ਇਹ ਆਮ ਮਨੁੱਖ ਨਹੀਂ ਹੈ, ਇਹ ਤਾਂ ਅਵਤਾਰ ਹੈ, ਰੱਬੀ ਅਵਤਾਰ ਹੈ। ਤੇ ਕਹਿੰਦੇ ਬੂਝ ਲਿਓ ਮੈਂ ਹੋਏ ਨਿਸਤਾਰਾ, ਤੇ ਮੈਂ ਤਾਂ ਨਿਸਤਾਰਾ ਕਰਕੇ ਬੁੱਝ ਲਿਆ। ਕਹਿੰਦੇ ਮੈਂ ਤਾਂ ਇਸ ਗੱਲ ਨੂੰ ਸਮਝ ਲਿਆ, ਇਸ ਗੱਲ ਨੂੰ ਜਾਣ ਲਿਆ ਹੈ, ਇਹ ਕੋਈ ਕਲਾਵਾਨ ਹੈ, ਇਹ ਕੋਈ ਅਵਤਾਰ ਇਸ ਧਰਤੀ ਦੇ ਉੱਤੇ ਆਇਆ ਹੈ। ਅਸ ਵਿਚਾਰ ਕਰ ਵੈਦ ਸਿਆਣਾ, ਬੰਦ ਹਾਥ ਦੋ ਬਚਨ ਬਖਾਨਾ। ਤੇ ਉਹ ਵਿਚਾਰਾ ਵੈਦ ਕਹਿੰਦੇ ਉਹ ਸਿਆਣਾ ਸੀ, ਤੇ ਉਹ ਸਿਆਣਾ ਵੈਦ, ਜਿਹੜੇ ਮਨੁੱਖ ਸਿਆਣੇ ਹੁੰਦੇ ਨੇ ਨਾ, ਉਹ ਚਾਹੇ ਉਮਰ ਦੇ ਵਿੱਚ ਕੋਈ ਉਹਨਾਂ ਤੋਂ ਵਡੇਰਾ ਹੋਵੇ ਤੇ ਚਾਹੇ ਕੋਈ ਛੋਟਾ ਹੋਵੇ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕੁਝ ਸਿੱਖਣ ਦੀ ਇੱਛਾ ਹੋਵੇ ਨਾ, ਉਹ ਇਹ ਦੇਖ ਕੇ ਉਮਰ ਦੇ ਨਾਲ ਤਕਾਜ਼ਾ ਨਹੀਂ ਲਾਉਂਦੇ, ਭਾਈ ਇਹ ਤਾਂ ਛੋਟਾ ਹੈ, ਇਸ ਤੋਂ ਮੈਂ ਕੀ ਸਿੱਖਾਂਗਾ, ਇਹ ਮੈਨੂੰ ਕੀ ਸਮਝਾਵੇਗਾ, ਮੈਂ ਤਾਂ ਬਹੁਤ ਵੱਡਾ ਇਸ ਤੋਂ, ਮੇਰੇ ਉਮਰ ਵੀ ਇਹਦੇ ਨਾਲੋਂ ਦੁੱਗਣੀ ਹੈ। ਤੇ ਪਰ ਜਿਹਦੇ ਵਿੱਚ ਸਿੱਖਣ ਦੀ ਇੱਛਾ ਹੈ ਨਾ, ਉਹ ਉਮਰ ਨਹੀਂ ਦੇਖਦਾ, ਉਹ ਸ਼ਰਨ ਦੇ ਵਿੱਚ ਢਹਿ ਪੈਂਦਾ। ਇਸੇ ਤਰ੍ਹਾਂ ਵੈਦ ਦੇ ਹੁਣ ਜੀਵਨ ਦੇ ਵਿੱਚ ਇਹ ਗੁਣ ਵੀ ਸੀ ਵੀ ਕੁਝ ਸਿੱਖਿਆ ਜਾਵੇ। ਤੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਕਹਿੰਦੇ ਦੋਵੇਂ ਹੱਥ ਜੋੜ ਕੇ, ਬੰਦ ਹਾਥ ਦੋ ਬਚਨ ਵਖਾਨਾ, ਦੋਵੇਂ ਹੱਥਾਂ ਨੂੰ ਜੋੜ ਕੇ ਹੁਣ ਵੈਦ ਨੇ ਬਚਨ ਕਹੇ ਨੇ, ਤੁਮਰੇ ਬਚਨ ਸੁਨ ਅਬਿਲਾਖਾ, ਬਦੀ ਮੋਹੇ ਮਨ ਜਿਉ ਤਰ ਸ਼ਾਖਾ। ਤੇ ਇਸੇ ਤਰ੍ਹਾਂ ਕਹਿੰਦੇ ਤੁਹਾਡੇ ਬਚਨਾਂ ਨੂੰ ਸੁਣਨ ਦੇ ਲਈ ਵੈਦ ਆਖਦਾ ਕਿ ਮੇਰੇ ਵਿੱਚ ਪ੍ਰਬਲ ਇੱਛਾ ਪੈਦਾ ਹੋਈ ਹੈ। ਤੁਮਰੇ ਬਚਨ ਸੁਣਨ ਅਬਿਲਾਖਾ, ਬਦੀ ਮੋਹੇ ਮਨ ਜਿਉ ਤਰ ਸ਼ਾਖਾ। ਇਹ ਖਾਹਿਸ਼ ਇਸ ਤਰ੍ਹਾਂ ਵੱਧਦੀ ਜਾ ਰਹੀ ਹੈ। ਤੇ ਸ਼ਾਖਾ ਦਾ ਭਾਵ ਹੁੰਦਾ ਦਰਖਤ ਦੀਆਂ ਟਾਹਣੀਆਂ,
ਤੇ ਕਹਿੰਦੇ ਜਿਵੇਂ ਰੁੱਖ ਦੀਆਂ ਟਾਹਣੀਆਂ ਵੱਧਦੀਆਂ ਜਾਂਦੀਆਂ ਨੇ ਨਾ, ਮੇਰੇ ਮਨ ਦੇ ਵਿੱਚ ਵੀ ਹੁਣ ਇਹ ਇੱਛਾ ਉਸੇ ਤਰ੍ਹਾਂ ਰੁੱਖਾਂ ਦੀਆਂ ਟਾਹਣੀਆਂ ਦੇ ਵਾਂਗ ਵੱਧਦੀ ਜਾਂਦੀ। ਮੈਂ ਛੇਤੀ ਦੇ ਨਾਲ ਤੁਹਾਡੇ ਕੋਲੋਂ ਇਹ ਵੀ ਗੁਣ ਸਿੱਖ ਲਵਾਂ ਕਿ ਮਨੁੱਖ ਦੇ ਮਨ ਦੇ ਰੋਗਾਂ ਦਾ ਨਿਪਟਾਰਾ ਕਿਸ ਤਰ੍ਹਾਂ ਕਰਨਾ ਹੈ। ਕਰਨਾ ਕਰ ਜੋ ਸਭ ਬਿਰਤਾਂਤਾ, ਕਹੋ ਆਪ ਜੇ ਮੁਝ ਹੋਏ ਸ਼ਾਂਤਾ। ਤੇ ਕਹਿੰਦੇ ਕਿਰਪਾ ਕਰਕੇ ਸਾਰਾ ਬਿਰਤਾਂਤ ਵੇਰਵੇ ਸਹਿਤ ਕਹੋ, ਮੈਨੂੰ ਵੇਰਵੇ ਸਹਿਤ ਸਮਝਾਉਣਾ ਕਰੋ। ਕਹੋ ਆਪ ਜੇ ਮੁਝੇ ਹੋਏ ਸ਼ਾਂਤਾ, ਤਾਂ ਕਿ ਮੇਰੇ ਮਨ ਦੇ ਵਿੱਚ ਵੀ ਜਿਹੜੀ ਹੈ ਮਨ ਕਰਕੇ ਮੈਂ ਸ਼ਾਂਤ ਹੋ ਸਕਾਂ। ਮਨ ਕਰਕੇ ਮੇਰਾ ਵੀ ਜਿਹੜਾ ਮਨ ਹੈ ਨਾ ਭੱਜਦਾ ਫਿਰਦਾ ਹੈ, ਮੇਰਾ ਮਨ ਵੀ ਟਿਕਾ ਦੇ ਵਿੱਚ ਆ ਸਕੇ, ਮੇਰਾ ਮਨ ਵੀ ਸ਼ਾਂਤ ਹੋ ਸਕੇ। ਤੁਸੀਂ ਵਿਸਤਾਰ ਦੇ ਨਾਲ ਇਹ ਮਾਨਸਿਕ ਰੋਗਾਂ ਦਾ ਛੁਟਕਾਰਾ ਕਰਨ ਦੇ ਲਈ ਕੋਈ ਨਾ ਕੋਈ ਕਾਰਜ ਕਰੋ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਉਸ ਵੈਦ ਦੇ ਵਿਚਕਾਰ ਚਰਚਾ ਹੁੰਦੀ, ਕਿਵੇਂ ਵੈਦ ਦੇ ਮਨਾਂ ਦਾ ਛੁਟਕਾਰਾ ਹੁੰਦਾ ਜਿਹੜਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੈ, ਕਿਵੇਂ ਵੈਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲੋਂ ਬਚਨ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਦਾ ਹੈ। ਇਹ ਰਹਿੰਦਿਆਂ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਆਖਰੀ ਬਚਨ ਪੜ੍ਹ ਕੇ ਦੀਵਾਨਾਂ ਦੀ ਸਮਾਪਤੀ ਹੈ ਜੀ। ਕਮਲ ਬਦਨ ਕਰੁਣਾ ਗੁਣ ਮੰਦਰ, ਬੋਲੇ ਬਚਨ ਮ੍ਰਿਦਲ ਬਰ ਸੁੰਦਰ। ਤਨ ਹੋ ਮੈਂ ਮਮਤਾ ਜੋ ਕਨੇਰੀ, ਸਭ ਵਿਆਦਨ ਕੀ ਮੂਲ ਵਡੇਰੀ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।